Hello my dear students, this is Kiran Matharu. How are you all beta? Hope you all are doing great. हाँ जी, जिस तरह ਤੁਹਾਨੂੰ ਪਤਾ ਕਿ ਆਪਣੇ ਹੁਣ ਰਿਵੀਜ਼ਨ ਟੈਸਟ ਚੱਲ ਰਿਹਾ ਤੇ ਫਾਈਨਲ ਐਗਜ਼ਾਮਸ ਦੇ ਵਿੱਚ ਬਹੁਤ ਥੋੜਾ ਟਾਈਮ ਰਹਿ ਗਿਆ ਆਪਣੇ ਕੋਲ। ਸੋ ਆਪਾਂ ਇਸੇ ਲਈ ਚੈਪਟਰ ਰਿਵਾਈਜ਼ ਕਰ ਰਹੇ ਹਾਂ ਤੇ ਅੱਜ ਆਪਾਂ ਚੈਪਟਰ 5 ਰਿਵਾਈਜ਼ ਕਰਾਂਗੇ ਨੈਕਸਟ ਰਿਵੀਜ਼ਨ ਟੈਸਟ ਦੇ ਲਈ। हाँ जी, सब तो पहला 5th चैप्टर हैगा अपना आफत प्रबंधन। क्वेश्चन नंबर 1 है आफत किस नूं कहा जाता है। हाँ जी, कुदरती जां मनुख वल्लों पैदा किए गए खतरे जदों मनुख लई घातक बन जाते हैं तां इन्हां नूं आफत कहते हैं। हाँ जी, कुछ आफतां तां हुंदियां जिहड़ियां कि कुदरती हुंदियां, ठीक है। जिस तरह आपां कह दिंदे आ कि हड़ आ गया जां सोका जां फिर कोई होर इस तरह की आफत जिहड़ी कुदरती हुंदी आ ਤੇ ਕੁਛ ਇਸ ਤਰ੍ਹਾਂ ਦੀਆਂ ਵੀ ਹੁੰਦੀਆਂ ਜਿਹੜੀਆਂ ਮਨੁੱਖ ਆਪ ਹੀ ਕ੍ਰੀਏਟ ਕਰ ਲੈਂਦਾ। ਜੀ ਨੈਕਸਟ ਕੁਐਸਚਨ ਹੈਗਾ ਕੁਦਰਤੀ ਆਫਤਾਂ ਮੁੱਖ ਤੌਰ ਤੇ ਕਿਹੜੀਆਂ-ਕਿਹੜੀਆਂ ਹਨ। ਹਾਂਜੀ, ਭੂਚਾਲ, ਸੁਨਾਮੀ, ਜਵਾਲਾਮੁਖੀ, ਹੜ੍ਹ, ਚੱਕਰਵਾਤ, ਸੋਕਾ, ਭੂਮੀ ਦਾ ਖਿਸਕਣਾ ਅਤੇ ਬਰਫ਼ ਦੇ ਤੋਦਿਆਂ ਦਾ ਸਰਕਣਾ। ਇਹ ਸਾਰੀਆਂ ਕੀ ਹੈਗੀਆਂ ਕੁਦਰਤੀ ਆਫਤਾਂ, ਠੀਕ ਹੈ। ਅੱਗੇ ਹੈਗਾ ਭੂਚਾਲ ਤੋਂ ਤੁਹਾਡਾ ਕੀ ਭਾਵ ਹੈ, ਇਸ ਨੂੰ ਕਿਵੇਂ ਮਾਪਿਆ ਜਾਂਦਾ ਹੈ। ਹਾਂਜੀ, ਧਰਤੀ ਦੇ ਹਿੱਲਣ ਨੂੰ ਭੂਚਾਲ ਕਿਹਾ ਜਾਂਦਾ ਹੈ। ਭੂਚਾਲ ਨੂੰ ਮਾਪਣ ਦੇ ਦੋ ਪੈਮਾਨੇ ਹਨ, ਇੱਕ ਰਿਕਟਰ ਪੈਮਾਨਾ ਤੇ ਦੂਸਰਾ ਮਰਕਾਲੀ ਪੈਮਾਨਾ। ਇਹ ਦੋਨੋਂ ਪੈਮਾਨਿਆਂ ਦੇ ਨਾਮ ਤੁਸੀਂ ਯਾਦ ਰੱਖਣੇ ਆ। ਹਾਂਜੀ, ਨੈਕਸਟ ਹੈਗਾ ਜਵਾਲਾਮੁਖੀ ਕਿਸ ਨੂੰ ਆਖਦੇ ਹਨ, ਇਸ ਦੀਆਂ ਕਿਸਮਾਂ ਦੇ ਨਾਮ ਦੱਸੋ। ਹਾਂਜੀ, ਲਾਵੇ ਦੀ ਧਰਤੀ ਤੇ ਆਉਣ ਦੀ ਕਿਰਿਆ ਨੂੰ ਜਵਾਲਾਮੁਖੀ ਆਖਦੇ ਹਾਂ। ਇਸ ਦੀਆਂ 3 ਕਿਸਮਾਂ ਹੁੰਦੀਆਂ ਹਨ। ਹਾਂਜੀ, ਜਵਾਲਾਮੁਖੀ ਦੀਆਂ 3 ਕਿਸਮਾਂ ਹੁੰਦੀਆਂ। ਪਹਿਲਾ ਕਿਰਿਆਸ਼ੀਲ ਜਵਾਲਾਮੁਖੀ, ਦੂਸਰਾ ਸੁੱਤੇ ਹੋਏ ਜਵਾਲਾਮੁਖੀ, ਤੀਸਰਾ ਬੁਝੇ ਹੋਏ ਜਵਾਲਾਮੁਖੀ, ਠੀਕ ਹੈ। ਹਾਂਜੀ, ਨੈਕਸਟ ਆ ਗਿਆ ਕੁਐਸਚਨ ਸੁਨਾਮੀ ਕਿਵੇਂ ਪੈਦਾ ਹੁੰਦੀ ਹੈ। ਸੁਨਾਮੀ ਸਮੁੰਦਰੀ ਲਹਿਰਾਂ ਹੁੰਦੀਆਂ ਜਿਹੜੀਆਂ ਕਿ ਭੂਚਾਲ, ਜਵਾਲਾਮੁਖੀ, ਧਰਤੀ ਦੇ ਖਿਸਕਣ ਆਦਿ ਤੋਂ ਪੈਦਾ ਹੁੰਦੀ ਹੈ। ਸੁਨਾਮੀ ਸਮੁੰਦਰੀ ਲਹਿਰਾਂ ਹੁੰਦੀਆਂ ਜਿਹੜੀਆਂ ਕਿ ਭੂਚਾਲ, ਜਵਾਲਾਮੁਖੀ, ਧਰਤੀ ਦੇ ਖਿਸਕਣ ਆਦਿ ਤੋਂ ਪੈਦਾ ਹੁੰਦੀ ਹੈ। ਨੈਕਸਟ ਕੁਐਸਚਨ ਹੈਗਾ ਹੜ੍ਹਾਂ ਦੇ ਆਉਣ ਦੇ ਮੁੱਖ ਕਿਹੜੇ-ਕਿਹੜੇ ਕਾਰਨ ਹਨ, ਵੀ ਹੜ੍ਹ ਕਿਉਂ ਆਉਂਦੇ ਹਨ। ਹੜ੍ਹਾਂ ਦੇ ਆਉਣ ਦੇ ਮੁੱਖ ਕਾਰਨ ਕਿਹੜੇ ਆ। ਨੰਬਰ 1 ਤੇ ਜ਼ਿਆਦਾ ਵਰਖਾ, ਨੰਬਰ 2 ਬੱਦਲਾਂ ਦਾ ਫਟਣਾ, ਨੰਬਰ 3 ਪਾਣੀ ਦੇ ਨਿਕਾਸ ਦਾ ਠੀਕ ਪ੍ਰਬੰਧ ਨਾ ਹੋਣਾ, ਨੰਬਰ 4 ਬੰਨਾਂ ਦਾ ਟੁੱਟ ਜਾਣਾ ਅਤੇ ਨੰਬਰ 5 ਨਦੀਆਂ ਅਤੇ ਦਰਿਆਵਾਂ ਦੇ ਤਲ 'ਤੇ ਮਿੱਟੀ ਦਾ ਜੰਮਣਾ, ਠੀਕ ਹੈ। ਇਹ ਸਾਰੇ ਕਾਰਨ ਜ਼ਿੰਮੇਵਾਰ ਹੁੰਦੇ ਹੜ੍ਹਾਂ ਦੇ ਆਉਣ ਦੇ। ਨੈਕਸਟ ਕੁਐਸਚਨ ਹੈਗਾ ਚੱਕਰਵਾਤ ਕੀ ਹੁੰਦਾ ਹੈ, ਇਸ ਨੂੰ ਤੁਸੀਂ ਹੋਰ ਕਿਹੜੇ ਨਾਵਾਂ ਨਾਲ ਜਾਣਦੇ ਹੋ। ਚੱਕਰਵਾਤ ਜਾਂ ਤੂਫਾਨ ਤੇਜ਼ ਹਵਾਵਾਂ ਹੁੰਦੀਆਂ ਹਨ ਜਿਨ੍ਹਾਂ ਦੀ ਗਤੀ 63 ਕਿਲੋਮੀਟਰ ਪ੍ਰਤੀ ਘੰਟਾ ਜਾਂ ਇਸ ਤੋਂ ਵੀ ਜ਼ਿਆਦਾ ਹੁੰਦੀ ਹੈ। ਇਸ ਨੂੰ ਸੰਸਾਰ ਵਿੱਚ ਕਈ ਨਾਵਾਂ ਨਾਲ ਜਾਣਿਆ ਜਾਂਦਾ ਹੈ। ਉੱਤਰੀ ਅਮਰੀਕਾ ਵਿੱਚ ਇਸ ਨੂੰ ਹਰੀਕੇਨ, ਦੱਖਣ ਪੂਰਬੀ ਏਸ਼ੀਆ 'ਚ ਤਾਈਫੂਨ ਤੇ ਭਾਰਤ ਦੇ ਵਿੱਚ ਝੱਖੜ ਜਾਂ ਬਾਵਰੋਲਾ ਕਿਹਾ ਜਾਂਦਾ ਹੈ। ਹਾਂਜੀ, ਨੈਕਸਟ ਕੁਐਸਚਨ ਹੈਗਾ ਮਨੁੱਖੀ ਆਫਤਾਂ ਕਿਸ ਨੂੰ ਆਖਦੇ ਹਨ। ਹਾਂਜੀ, ਉਹ ਆਫਤਾਂ ਜੋ ਮਨੁੱਖ ਦੇ ਵੱਲੋਂ ਪੈਦਾ ਕੀਤੀਆਂ ਜਾਂਦੀਆਂ ਹਨ ਉਹਨਾਂ ਨੂੰ ਆਪਾਂ ਮਨੁੱਖੀ ਆਫਤਾਂ ਕਹਿ ਦਿੰਦੇ ਹਾਂ। ਬੰਬ ਧਮਾਕੇ ਜਾਂ ਅੱਤਵਾਦੀ ਹਮਲੇ ਇਸ ਦੀਆਂ ਉਦਾਹਰਨਾਂ ਹਨ। ਨੈਕਸਟ ਹੈਗਾ ਮਹਾਮਾਰੀ ਕੀ ਹੁੰਦੀ ਹੈ। ਜਦੋਂ ਕੋਈ ਬਿਮਾਰੀ ਵੱਡੇ ਪੱਧਰ 'ਤੇ ਫੈਲ ਜਾਂਦੀ ਹੈ ਤਾਂ ਉਸ ਨੂੰ ਮਹਾਮਾਰੀ ਕਿਹਾ ਜਾਂਦਾ ਹੈ, ਜਿਵੇਂ ਕਿ ਹੈਜ਼ਾ, ਡੇਂਗੂ ਬੁਖਾਰ, ਪੀਲਾ ਬੁਖਾਰ ਜਾਂ ਦਸਤ। ਨੈਕਸਟ ਆ ਗਿਆ ਵੱਡੇ ਉੱਤਰਾਂ ਵਾਲੇ ਕੁਐਸਚਨਸ। ਨੰਬਰ 1 ਆਫਤਾਂ ਮਨੁੱਖ ਨੂੰ ਕਿਵੇਂ ਪ੍ਰਭਾਵਿਤ ਕਰਦੀਆਂ ਹਨ। ਆਫਤਾਂ ਮਨੁੱਖ ਨੂੰ ਹੇਠ ਲਿਖੇ ਅਨੁਸਾਰ ਪ੍ਰਭਾਵਿਤ ਕਰਦੀਆਂ ਹਨ। ਨੰਬਰ 1 ਇਹ ਜਾਨ ਮਾਲ ਦਾ ਨੁਕਸਾਨ ਕਰਦੀਆਂ ਹਨ। ਨੰਬਰ 2 ਲੋਕ ਆਪਣਿਆਂ ਤੋਂ ਵਿਛੜ ਜਾਂਦੇ ਹਨ। ਨੰਬਰ 3 ਮਹਾਮਾਰੀ ਫੈਲ ਜਾਂਦੀ ਹੈ। ਨੰਬਰ 4 ਵੱਡੀ ਗਿਣਤੀ ਵਿੱਚ ਫਸਲਾਂ ਅਤੇ ਪਸ਼ੂ ਪੰਛੀਆਂ ਦਾ ਨੁਕਸਾਨ ਹੁੰਦਾ ਹੈ। ਅਤੇ ਨੰਬਰ 5 ਮਨੁੱਖ ਦੀ ਤਰੱਕੀ ਰੁਕ ਜਾਂਦੀ ਹੈ। ਨੈਕਸਟ ਕੁਐਸਚਨ ਭੂਚਾਲ ਆਫਤ ਪ੍ਰਬੰਧਨ ਵਿੱਚ ਸਾਨੂੰ ਕਿਹੜੀਆਂ-ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ। ਭੂਚਾਲ ਆਫਤ ਪ੍ਰਬੰਧਨ ਵਿੱਚ ਸਾਨੂੰ ਹੇਠਲੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ। ਨੰਬਰ 1 ਭੂਚਾਲਗ੍ਰਸਤ ਇਲਾਕਿਆਂ ਵਿੱਚ ਇਮਾਰਤਾਂ ਇਸ ਕਿਸਮ ਦੀਆਂ ਤਿਆਰ ਕੀਤੀਆਂ ਜਾਣੀਆਂ ਚਾਹੀਦੀਆਂ ਹਨ ਕਿ ਭੂਚਾਲ ਆਉਣ 'ਤੇ ਇਹਨਾਂ ਨੂੰ ਕੋਈ ਪ੍ਰਭਾਵ ਨਾ ਪਵੇ। ਨੰਬਰ 2 ਭੂਚਾਲ ਆਉਣ ਸਮੇਂ ਡਰ ਦੀ ਥਾਂ ਹੌਸਲੇ ਅਤੇ ਦਿਮਾਗ ਤੋਂ ਕੰਮ ਲੈਣਾ ਚਾਹੀਦਾ ਹੈ। ਨੰਬਰ 3 ਭੂਚਾਲ ਆਉਣ ਸਮੇਂ ਅਗਰ ਘਰ ਵਿੱਚ ਹੋ ਤਾਂ ਘਰ ਤੋਂ ਬਾਹਰ ਆਉਣ ਦੀ ਥਾਂ ਘਰ ਅੰਦਰ ਮਜ਼ਬੂਤ ਬਸਤਾਂ ਦੇ ਹੇਠਾਂ ਬੈਠ ਜਾਣਾ ਚਾਹੀਦਾ ਹੈ। ਨੰਬਰ 4 ਭੂਚਾਲ ਆਉਣ ਸਮੇਂ ਬਾਹਰ ਆਉਣ ਸਮੇਂ ਇਮਾਰਤਾਂ, ਦਰਖਤਾਂ ਅਤੇ ਖੰਭਿਆਂ ਤੋਂ ਦੂਰ ਚਲੇ ਜਾਣਾ ਚਾਹੀਦਾ ਹੈ। ਨੰਬਰ 5 ਸਾਨੂੰ ਸਾਰਿਆਂ ਨੂੰ ਮਿਲ ਕੇ ਭੂਚਾਲ ਪੀੜਤਾਂ ਦੀ ਮਦਦ ਕਰਨੀ ਚਾਹੀਦੀ ਹੈ। ਨੰਬਰ 6 ਭੂਚਾਲ ਨਾਲ ਪ੍ਰਭਾਵਿਤ ਆਵਾਜਾਈ, ਸੂਚਨਾ ਅਤੇ ਸੰਚਾਰ ਸਾਧਨਾਂ ਨੂੰ ਜਲਦ ਚਾਲੂ ਕੀਤਾ ਜਾਣਾ ਚਾਹੀਦਾ ਹੈ। ਜਵਾਲਾਮੁਖੀ ਅਤੇ ਸੁਨਾਮੀ ਤੋਂ ਬਚਣ ਵਾਸਤੇ ਕੀ ਪ੍ਰਬੰਧ ਕਰਨੇ ਚਾਹੀਦੇ ਹਨ। ਹਾਂਜੀ, ਜਵਾਲਾਮੁਖੀ ਵਿਸਫੋਟਕ ਵਾਲੇ ਸਥਾਨ ਦੇ ਨੇੜੇ ਘਰ ਅਤੇ ਇਮਾਰਤਾਂ ਨਹੀਂ ਬਣਾਉਣੀਆਂ ਚਾਹੀਦੀਆਂ। ਜਵਾਲਾਮੁਖੀ ਦੀਆਂ ਨਿਸ਼ਾਨੀਆਂ ਦਿਸਣ 'ਤੇ ਸਥਾਨ ਤੋਂ ਦੂਰ ਚਲੇ ਜਾਣਾ ਚਾਹੀਦਾ ਹੈ ਅਤੇ ਸਰਕਾਰ ਨੂੰ ਇਸ ਤਰ੍ਹਾਂ ਦੇ ਹਾਲਾਤਾਂ ਨਾਲ ਨਜਿੱਠਣ ਲਈ ਹਮੇਸ਼ਾ ਤਿਆਰ ਰਹਿਣਾ ਚਾਹੀਦਾ ਹੈ। ਹਾਂਜੀ, ਨੈਕਸਟ ਆ ਗਿਆ ਸੁਨਾਮੀ ਆਉਣ ਦੀ ਸੂਚਨਾ ਮਿਲਣ 'ਤੇ ਸਮੁੰਦਰ ਵੱਲ ਨਹੀਂ ਜਾਣਾ ਚਾਹੀਦਾ। ਸਮੁੰਦਰ ਦੇ ਵਿੱਚ ਚੱਲ ਰਹੇ ਬੇੜਿਆਂ ਅਤੇ ਜਹਾਜ਼ਾਂ ਨੂੰ
ਬੰਦਰਗਾਹਾਂ ਤੇ ਵਾਪਸ ਆ ਜਾਣਾ ਚਾਹੀਦਾ ਹੈ। ਸਮੁੰਦਰ ਕਿਨਾਰੇ ਰਹਿੰਦੇ ਲੋਕਾਂ ਨੂੰ ਇਸ ਕਿਸਮ ਦੀ ਸਮੱਸਿਆ ਨਾਲ ਨਜਿੱਠਣ ਲਈ ਤਿਆਰ ਰਹਿਣਾ ਚਾਹੀਦਾ ਹੈ। ਸਰਕਾਰ ਨੂੰ ਇਸ ਤਰ੍ਹਾਂ ਦੀ ਸਮੱਸਿਆ ਨਾਲ ਨਜਿੱਠਣ ਲਈ ਹਰ ਸਮੇਂ ਤਿਆਰ ਰਹਿਣਾ ਚਾਹੀਦਾ ਹੈ। ਠੀਕ ਹੈ, ਸੋ ਇਹ ਦੋ ਜਿਹੜੀਆਂ ਆਫਤਾਂ ਹੈਗੀਆਂ ਜਵਾਲਾਮੁਖੀ ਤੇ ਸੁਨਾਮੀ, ਉਹ ਤੋਂ ਬਚਾਅ ਵਾਸਤੇ ਪ੍ਰਬੰਧ ਦੱਸੇ ਗਏ ਆ। ਨੈਕਸਟ ਆ ਗਿਆ ਸੋਕੇ ਤੋਂ ਬਚਾਅ ਦੇ ਲਈ ਕਿਹੜੇ ਕਦਮ ਉਠਾਏ ਜਾ ਸਕਦੇ ਹਨ। ਸੋਕੇ ਤੋਂ ਬਚਾਅ ਦੇ ਲਈ ਹੇਠ ਲਿਖੇ ਕਦਮ ਉਠਾਏ ਜਾ ਸਕਦੇ ਹਨ। ਨੰਬਰ 1, ਪਾਣੀ ਦੀ ਸੰਭਾਲ ਕੀਤੀ ਜਾਣੀ ਚਾਹੀਦੀ ਹੈ। ਨੰਬਰ 2, ਸੋਕਾਗ੍ਰਸਤ ਇਲਾਕੇ ਵਿੱਚ ਵਧੇਰੇ ਦਰਖਤ ਲਗਾਉਣੇ ਚਾਹੀਦੇ ਹਨ। ਨੰਬਰ 3, ਸੋਕੇ ਵਾਲੀਆਂ ਇਲਾਕਿਆਂ ਵਿੱਚ ਫਸਲਾਂ ਉਗਾਉਣੀਆਂ ਚਾਹੀਦੀਆਂ ਹਨ ਜਿਨ੍ਹਾਂ ਦੇ ਵਿੱਚ ਘੱਟ ਪਾਣੀ ਦੀ ਵਰਤੋਂ ਹੁੰਦੀ ਹੈ। ਨੰਬਰ 4, ਸੋਕੇ ਵਾਲੇ ਇਲਾਕਿਆਂ ਵਿੱਚ ਸਰਕਾਰ ਨੂੰ ਵਰਖਾ ਦੇ ਪਾਣੀ ਨੂੰ ਤਲਾਬਾਂ ਵਿੱਚ ਸਟੋਰ ਕਰਕੇ ਰੱਖਣਾ ਚਾਹੀਦਾ ਹੈ। ਸੋਕੇ ਵਾਲੇ ਇਲਾਕਿਆਂ ਵਿੱਚ ਇਸ ਸਮੱਸਿਆ ਨਾਲ ਨਜਿੱਠਣ ਲਈ ਸਰਕਾਰ ਨੂੰ ਹਮੇਸ਼ਾ ਤਿਆਰ ਰਹਿਣਾ ਚਾਹੀਦਾ ਹੈ। ਨੈਕਸਟ ਕੁਐਸਚਨ ਹੈਗਾ ਕਿਹੜੇ ਉਪਾਅ ਸਾਨੂੰ ਮਹਾਮਾਰੀ ਵਰਗੀ ਆਫਤ ਤੋਂ ਬਚਾ ਸਕਦੇ ਹਨ। ਮਹਾਮਾਰੀ ਤੋਂ ਬਚਣ ਦਾ ਤਰੀਕਾ ਬਿਮਾਰੀਆਂ ਤੋਂ ਬਚਿਆ ਜਾਵੇ। ਸ਼ੁੱਧ ਹਵਾ, ਪਾਣੀ ਅਤੇ ਸਾਫ਼ ਸੁਥਰਾ ਵਾਤਾਵਰਣ ਸਾਨੂੰ ਬਿਮਾਰੀਆਂ ਤੋਂ ਬਚਾ ਸਕਦਾ ਹੈ। ਡਾਕਟਰੀ ਸਹੂਲਤਾਂ ਦਾ ਪ੍ਰਬੰਧ ਹੋਣਾ ਚਾਹੀਦਾ ਹੈ। ਮਹਾਮਾਰੀ ਫੈਲਣ ਦੀ ਹਾਲਤ ਵਿੱਚ ਹਸਪਤਾਲਾਂ ਵਿੱਚ ਦਵਾਈਆਂ ਦਾ ਪੂਰਾ ਪ੍ਰਬੰਧ ਹੋਣਾ ਚਾਹੀਦਾ ਹੈ ਅਤੇ ਸ਼ਹਿਰ ਦੇ ਆਲੇ ਦੁਆਲੇ ਗੰਦੀਆਂ ਬਸਤੀਆਂ ਦਾ ਵਿਕਾਸ ਨਹੀਂ ਹੋਣਾ ਚਾਹੀਦਾ ਅਤੇ ਬਿਮਾਰੀਆਂ ਦੀ ਜਾਂਚ ਦਾ ਕੰਮ ਲਗਾਤਾਰ ਹੋਣਾ ਚਾਹੀਦਾ ਹੈ ਜੀ। ਨੈਕਸਟ ਚੈਪਟਰ ਆਪਣਾ ਹੈਗਾ ਲੈਸਨ ਨੰਬਰ 21। ਹਾਂਜੀ, ਇਹਦੇ 'ਚ ਹੈਗਾ ਹੁਣ ਨਾਗਰਿਕ ਸ਼ਾਸਤਰ ਦਾ ਚੈਪਟਰ ਹੈ, ਸੰਵਿਧਾਨ ਅਤੇ ਕਾਨੂੰਨ। ਪਹਿਲਾਂ ਆਪਾਂ ਦੇਖਦੇ ਹਾਂ ਸੰਵਿਧਾਨ ਕੀ ਹੁੰਦਾ ਆ, ਸੰਵਿਧਾਨ ਤੋਂ ਕੀ ਭਾਵ ਹੈ। ਸੰਵਿਧਾਨ ਉਹ ਕਾਨੂੰਨੀ ਦਸਤਾਵੇਜ਼ ਹੁੰਦਾ ਜਿਸ ਦੇ ਅਨੁਸਾਰ ਦੇਸ਼ ਦਾ ਪ੍ਰਸ਼ਾਸਨ ਚਲਾਇਆ ਜਾਂਦਾ ਹੈ, ਮਤਲਬ ਜਿਸ ਦੇ ਅਨੁਸਾਰ ਦੇਸ਼ ਦੀ ਸਰਕਾਰ ਕੰਮ ਕਰਦੀ ਆ। ਠੀਕ ਹੈ, ਸੰਵਿਧਾਨ 26 ਜਨਵਰੀ 1950 ਨੂੰ ਕਿਉਂ ਲਾਗੂ ਕੀਤਾ ਗਿਆ? 26 ਜਨਵਰੀ 1930 ਨੂੰ ਦੇਸ਼ ਦੇ ਵਿੱਚ ਪੂਰਨ ਸੁਤੰਤਰਤਾ ਦਿਵਸ ਮਨਾਇਆ ਗਿਆ ਸੀ। ਸਾਡਾ ਸੰਵਿਧਾਨ 26 ਜਨਵਰੀ ਦੇ ਇਤਿਹਾਸਕ ਮਹੱਤਵ ਨੂੰ ਦੇਖਦੇ ਹੋਏ ਇਸੇ ਤਰੀਕ ਨੂੰ ਲਾਗੂ ਕੀਤਾ ਗਿਆ। ਨੰਬਰ 3 ਹੈਗਾ ਕਾਨੂੰਨ ਦੇ ਸ਼ਬਦੀ ਅਰਥ ਲਿਖੋ। ਕਾਨੂੰਨ ਸ਼ਬਦ ਅੰਗਰੇਜ਼ੀ ਭਾਸ਼ਾ ਦੇ ਸ਼ਬਦ ਲਾਅ ਦਾ ਅਨੁਵਾਦ ਹੈ। ਲਾਅ ਸ਼ਬਦ ਟਿਊਟੋਨਿਕ ਸ਼ਬਦ ਲੈਗ ਤੋਂ ਨਿਕਲਿਆ ਹੈ ਜਿਸ ਦਾ ਅਰਥ ਹੈ ਨਿਸ਼ਚਿਤ। ਕਾਨੂੰਨ ਦਾ ਅਰਥ ਹੈ ਨਿਸ਼ਚਿਤ ਨਿਯਮ। ਨੈਕਸਟ ਆ ਗਿਆ ਕਾਨੂੰਨ ਦੀ ਅਹਿਮੀਅਤ ਦੱਸੋ। ਕਾਨੂੰਨ ਦੇਸ਼ ਦੇ ਵਿੱਚ ਸ਼ਾਂਤੀ ਵਿਵਸਥਾ ਬਣਾਈ ਰੱਖਣ ਦੇ ਵਿੱਚ ਸਹਾਇਤਾ ਕਰਦਾ ਹੈ। ਇਸ ਦੇ ਬਿਨਾਂ ਕੋਈ ਵੀ ਸੰਸਥਾ ਸੁਚਾਰੂ ਰੂਪ ਦੇ ਵਿੱਚ ਕੰਮ ਨਹੀਂ ਕਰ ਸਕਦੀ। ਨੈਕਸਟ ਆ ਗਿਆ ਕੁਐਸਚਨ ਨੰਬਰ 5, ਨਿਆਂਪਾਲਿਕਾ ਦੀ ਨਿਰਪੱਖਤਾ ਤੋਂ ਕੀ ਭਾਵ ਹੈ? ਹਾਂਜੀ ਬੇਟਾ, ਥੋੜ੍ਹੀ ਬਹੁਤੀ ਇਹਦੇ 'ਚ ਸਪੈਲਿੰਗ ਮਿਸਟੇਕਸ ਹੈਗੀਆਂ, ਉਹ ਤੁਸੀਂ ਠੀਕ ਕਰ ਲਿਓ। ਇੱਥੇ ਹੁਣ ਨਿਰਪੱਖਤਾ ਹੈਗਾ ਵਰਡ, ਠੀਕ ਹੈ, ਨਿਰਪੱਖਤਾ। ਨਿਆਂਪਾਲਿਕਾ ਦੀ ਨਿਰਪੱਖਤਾ ਤੋਂ ਭਾਵ ਇਹ ਹੈ ਕਿ ਉਹ ਕਾਰਜਪਾਲਿਕਾ ਦਾ ਵਿਧਾਨਪਾਲਿਕਾ ਦੇ ਦਬਾਅ ਤੋਂ ਬਿਨਾਂ ਸੁਤੰਤਰ ਰੂਪ ਦੇ ਵਿੱਚ ਨਿਆਂ ਕਰੇ। ਕੁਐਸਚਨ ਹੈਗਾ ਸੰਵਿਧਾਨ ਦੀ ਸਰਵ ਉੱਚਤਾ ਤੋਂ ਕੀ ਭਾਵ ਹੈ? ਸੰਵਿਧਾਨ ਇੱਕ ਕਾਨੂੰਨੀ ਦਸਤਾਵੇਜ਼ ਹੈ ਜਿਸ ਦੇ ਅਨੁਸਾਰ ਕਿਸੇ ਵੀ ਦੇਸ਼ ਦਾ ਸਾਰਾ ਸ਼ਾਸਨ ਪ੍ਰਬੰਧ ਚਲਾਇਆ ਜਾਂਦਾ ਹੈ। ਸੰਵਿਧਾਨ ਨੂੰ ਦੇਸ਼ ਦੇ ਵਿੱਚ ਸਭ ਤੋਂ ਉੱਤਮ ਮੰਨਿਆ ਜਾਂਦਾ ਹੈ। ਜੇਕਰ ਦੇਸ਼ ਦੀ ਕੋਈ ਸੰਸਥਾ ਸੰਵਿਧਾਨ ਅਨੁਸਾਰ ਕੰਮ ਨਹੀਂ ਕਰਦੀ ਤਾਂ ਨਿਆਂਪਾਲਿਕਾ ਉਸ ਵਿਰੁੱਧ ਕਾਰਵਾਈ ਕਰ ਸਕਦੀ ਹੈ। ਨੈਕਸਟ ਆ ਗਿਆ ਭਾਰਤੀ ਸੰਵਿਧਾਨ ਦਾ ਨਿਰਮਾਣ ਕਿਵੇਂ ਹੋਇਆ? ਭਾਰਤੀ ਸੰਵਿਧਾਨ ਦਾ ਨਿਰਮਾਣ ਕਰਨ ਲਈ ਇੱਕ 7 ਮੈਂਬਰੀ ਕਮੇਟੀ ਦਾ ਸੰਗਠਨ ਕੀਤਾ ਗਿਆ। ਇਸ ਕਮੇਟੀ ਦੇ ਪ੍ਰਧਾਨ ਡਾਕਟਰ BR ਅੰਬੇਦਕਰ ਸਨ। ਇਸ ਦੇ 11 ਸਮਾਗਮ ਹੋਏ। ਇਸ ਨੂੰ ਬਣਨ ਵਿੱਚ 2 ਸਾਲ 11 ਮਹੀਨੇ ਤੇ 18 ਦਿਨ ਦਾ ਸਮਾਂ ਲੱਗਾ। ਅੱਗੇ ਹੈਗਾ ਭਾਰਤ ਦੇ ਵਿੱਚ ਨਿਆਂਪਾਲਿਕਾ ਨੂੰ ਸੁਤੰਤਰ ਅਤੇ ਨਿਰਪੱਖ ਕਿਵੇਂ ਬਣਾਇਆ ਗਿਆ ਹੈ? ਨਿਆਂਪਾਲਿਕਾ ਨੂੰ ਨਿਰਪੱਖ ਅਤੇ ਆਜ਼ਾਦ ਬਣਾਉਣ ਲਈ ਸੰਵਿਧਾਨ ਰਾਹੀਂ ਕਈ ਕਦਮ ਚੁੱਕੇ ਗਏ ਹਨ। ਮਿਸਾਲ ਵਜੋਂ ਜੱਜਾਂ ਦੀ ਨਿਯੁਕਤੀ, ਤਨਖਾਹ, ਭੱਤੇ, ਕਾਰਜਕਾਲ ਬਾਕੀ ਕਰਮਚਾਰੀਆਂ ਤੋਂ ਵੱਧ ਰੱਖੇ ਗਏ ਹਨ। ਹਾਂਜੀ, ਨੈਕਸਟ ਆ ਗਿਆ ਸ਼ਰਾਬਬੰਦੀ ਤੋਂ ਕੀ ਭਾਵ ਹੈ? ਇਸ ਨੂੰ ਕਿਵੇਂ ਲਾਗੂ ਕਰਨਾ ਚਾਹੀਦਾ ਹੈ? ਸ਼ਰਾਬਬੰਦੀ ਤੋਂ ਭਾਵ ਹੈ ਕਿ ਸ਼ਰਾਬ ਵੇਚਣ ਅਤੇ ਪੀਣ 'ਤੇ ਪਾਬੰਦੀ। ਸ਼ਰਾਬ ਇੱਕ ਬੁਰਾ ਨਸ਼ਾ ਹੈ। ਪੈਸੇ ਦੇ ਨਾਲ ਨਾਲ ਇਹ ਸਿਹਤ ਦੀ ਵੀ ਬਰਬਾਦੀ ਕਰਦਾ ਹੈ ਅਤੇ ਸਰਕਾਰ ਨੂੰ ਇਸ ਉੱਤੇ ਪੂਰੀ ਪਾਬੰਦੀ ਲਗਾਉਣ ਦਾ ਕਾਨੂੰਨ ਬਣਾਉਣਾ ਚਾਹੀਦਾ ਹੈ ਅਤੇ ਇਸ ਨੂੰ ਸਖਤੀ ਨਾਲ ਲਾਗੂ ਕਰਨਾ ਚਾਹੀਦਾ ਹੈ। ਅੱਗੇ ਹੈਗੇ ਕੁਐਸਚਨ, ਅੱਗੇ ਹੈਗਾ ਚੈਪਟਰ ਨੰਬਰ 22, ਧਰਮ ਨਿਰਪੱਖਤਾ ਦੀ ਮਹੱਤਤਾ ਅਤੇ ਆਦਰਸ਼ ਲਈ ਕਾਨੂੰਨ। ਹਾਂਜੀ, ਪਹਿਲਾ ਹੈਗਾ ਕੁਐਸਚਨ ਧਰਮ ਨਿਰਪੱਖਤਾ ਸ਼ਬਦ ਦਾ ਅਰਥ ਲਿਖੋ। ਧਰਮ ਨਿਰਪੱਖਤਾ ਦਾ ਮਤਲਬ ਕੀ ਹੈਗਾ? ਸਾਰੇ ਧਰਮਾਂ ਨੂੰ ਬਰਾਬਰ ਸਮਝਣਾ। ਨੈਕਸਟ ਹੈਗਾ ਧਰਮ ਨਿਰਪੱਖਤਾ ਦੀ ਉਦਾਹਰਨ ਦਿਓ। ਸਾਡੇ ਦੇਸ਼ ਦੇ ਰਾਸ਼ਟਰਪਤੀ ਵੱਖ-ਵੱਖ ਧਰਮਾਂ ਦੇ ਰਹੇ ਹਨ। ਅੱਗੇ ਹੈਗਾ ਸੰਵਿਧਾਨ 'ਚ ਸ਼ਾਮਿਲ ਆਦਰਸ਼ਾਂ ਤੋਂ ਕੀ ਭਾਵ ਹੈ? ਸੰਵਿਧਾਨ ਦੇ ਆਦਰਸ਼ ਉਹ ਰਾਸ਼ਟਰੀ ਉਦੇਸ਼ ਹਨ ਜਿਨ੍ਹਾਂ ਦੀ ਪ੍ਰਾਪਤੀ ਲਈ ਰਾਜ ਯਤਨ ਕਰਦਾ ਹੈ। ਕੁਐਸਚਨ ਨੰਬਰ 4, ਪ੍ਰਸਤਾਵਨਾ ਵਿੱਚ ਦਰਜ ਆਦਰਸ਼ਾਂ ਨੂੰ ਕਿਵੇਂ ਪੂਰਾ ਕੀਤਾ ਗਿਆ ਹੈ? ਪ੍ਰਸਤਾਵਨਾ ਵਿੱਚ ਦਰਜ ਆਦਰਸ਼ਾਂ ਨੂੰ ਪੂਰਾ ਕਰਨ ਲਈ ਸਖਤ ਕਾਨੂੰਨ ਬਣਾਏ ਗਏ ਹਨ। ਜੇਕਰ ਕੋਈ ਵਿਅਕਤੀ ਇਹਨਾਂ ਕਾਨੂੰਨਾਂ ਨੂੰ ਤੋੜਦਾ ਹੈ ਤਾਂ ਉਸ ਨੂੰ ਸਖਤ ਸਜ਼ਾ ਦਿੱਤੀ ਜਾਂਦੀ ਹੈ। ਨੈਕਸਟ ਆ ਗਿਆ ਪ੍ਰਸਤਾਵਨਾ ਤੋਂ ਕੀ ਭਾਵ ਹੈ? ਪ੍ਰਸਤਾਵਨਾ ਉਹ ਦਸਤਾਵੇਜ਼ ਹੈ ਇਸ ਵਿੱਚ ਸੰਵਿਧਾਨ ਦੇ ਉਦੇਸ਼, ਮੌਲਿਕ ਸਿਧਾਂਤ ਅਤੇ ਆਦਰਸ਼ਾਂ ਦਾ ਵਰਣਨ ਕੀਤਾ ਗਿਆ ਹੈ। ਪਹਿਲਾ ਹੈਗਾ ਨਿਆਂ ਤੋਂ ਕੀ ਭਾਵ ਹੈ? ਇਸ ਆਦਰਸ਼ ਨੂੰ ਕਿਵੇਂ ਲਾਗੂ ਕੀਤਾ ਗਿਆ ਹੈ?
ਨਿਆਂ ਤੋਂ ਭਾਵ ਹੈ ਸਾਰੇ ਨਾਗਰਿਕਾਂ ਨੂੰ ਸਮਾਜਿਕ, ਆਰਥਿਕ ਅਤੇ ਰਾਜਨੀਤਿਕ ਖੇਤਰ ਦੇ ਵਿੱਚ ਬਰਾਬਰ ਮੌਕੇ ਦੇਣਾ। ਤੇ ਇਸ ਆਦਰਸ਼ ਨੂੰ ਲਾਗੂ ਕਰਨ ਲਈ ਸੰਵਿਧਾਨ ਦੇ 3 ਭਾਗ ਦੇ ਵਿੱਚ ਸਮਾਨਤਾ ਦਾ ਅਧਿਕਾਰ ਦਰਜ ਕਰਕੇ ਆਰਥਿਕ, ਸਮਾਜਿਕ ਅਤੇ ਰਾਜਨੀਤਿਕ ਸਮਾਨਤਾ ਦਿੱਤੀ ਗਈ ਹੈ। ਧਰਮ, ਨਸਲ, ਰੰਗ ਦੇ ਆਧਾਰ ਤੇ ਭੇਦਭਾਵ ਦੀ ਮਨਾਹੀ ਕੀਤੀ ਗਈ ਹੈ। ਆ ਗਿਆ ਨੈਕਸਟ ਕੁਐਸਚਨ, ਸਮਾਨਤਾ ਤੋਂ ਕੀ ਭਾਵ ਹੈ? ਤੇ ਸੰਵਿਧਾਨ ਅਨੁਸਾਰ ਕਿਹੜੀਆਂ-ਕਿਹੜੀਆਂ ਸਮਾਨਤਾਵਾਂ ਦਿੱਤੀਆਂ ਗਈਆਂ ਹਨ? ਸਮਾਨਤਾ ਤੋਂ ਭਾਵ ਜਾਤੀ, ਧਰਮ, ਨਸਲ, ਲਿੰਗ ਦੇ ਆਧਾਰ ਤੇ ਕੋਈ ਭੇਦਭਾਵ ਨਾ ਕਰਨਾ ਅਤੇ ਸਮਾਨ ਮੌਕੇ ਪ੍ਰਦਾਨ ਕਰਨਾ। ਸੰਵਿਧਾਨ ਵਿੱਚ ਦਿੱਤੀਆਂ ਸਮਾਨਤਾਵਾਂ, ਸੰਵਿਧਾਨ ਦੇ ਅਨੁਛੇਦ 14 ਤੋਂ 18 ਤੱਕ ਸਮਾਨਤਾ ਦਿੱਤੀ ਗਈ ਹੈ। ਧਰਮ, ਜਾਤ, ਸ਼੍ਰੇਣੀ, ਨਸਲ ਦੇ ਆਧਾਰ ਤੇ ਕੋਈ ਵਿਸ਼ੇਸ਼ ਅਧਿਕਾਰ ਨਹੀਂ ਦਿੱਤਾ ਗਿਆ ਹੈ। ਛੂਤ-ਛਾਤ ਦੀ ਸਮਾਪਤੀ ਵੀ ਕੀਤੀ ਗਈ ਹੈ। ਹਾਂਜੀ, ਕਿਹੜੇ ਅਨੁਛੇਦ 'ਚ ਕੀਤੀ ਗਈ ਹੈ? ਅਨੁਛੇਦ 17 ਵਿੱਚ। ਸੰਵਿਧਾਨ ਦੀ ਪ੍ਰਸਤਾਵਨਾ ਦੀ ਕੀ ਮਹੱਤਤਾ ਹੈ? ਸੰਵਿਧਾਨ ਦੀ ਪ੍ਰਸਤਾਵਨਾ ਵਿੱਚ ਸੰਵਿਧਾਨ ਦੇ ਮੁੱਖ ਉਦੇਸ਼, ਮੌਲਿਕ ਸਿਧਾਂਤ, ਆਦਰਸ਼ਾਂ ਦਾ ਵਰਣਨ ਕੀਤਾ ਗਿਆ ਹੈ। ਇਹਨਾਂ ਆਦਰਸ਼ਾਂ ਦੇ ਵਿੱਚ ਧਰਮ ਨਿਰਪੱਖਤਾ, ਸੁਤੰਤਰਤਾ, ਸਮਾਨਤਾ, ਭਾਈਚਾਰਾ, ਰਾਸ਼ਟਰੀ ਏਕਤਾ ਅਤੇ ਅਖੰਡਤਾ ਆਦਿ ਸ਼ਾਮਿਲ ਹਨ। ਨੈਕਸਟ ਕੁਐਸਚਨ ਹੈਗਾ, ਰਾਸ਼ਟਰੀ ਏਕਤਾ ਅਤੇ ਅਖੰਡਤਾ ਤੋਂ ਕੀ ਭਾਵ ਹੈ? ਕੀ ਅਸੀਂ ਇਸ ਉਦੇਸ਼ ਨੂੰ ਪੂਰਾ ਕਰ ਸਕੇ ਹਾਂ? ਰਾਸ਼ਟਰੀ ਏਕਤਾ ਅਤੇ ਅਖੰਡਤਾ ਤੋਂ ਭਾਵ ਹੈ ਕਿ ਵੱਖ-ਵੱਖ ਜਾਤਾਂ, ਧਰਮਾਂ, ਨਸਲਾਂ ਆਦਿ ਦੇ ਲੋਕਾਂ ਦੁਆਰਾ ਸਮੁੱਚੇ ਤੌਰ ਤੇ ਇੱਕ ਹੀ ਰਾਸ਼ਟਰ ਦਾ ਨਿਰਮਾਣ ਕਰਨਾ। ਅਸੀਂ ਅਜੇ ਇਸ ਉਦੇਸ਼ ਨੂੰ ਪੂਰਾ ਨਹੀਂ ਕਰ ਸਕੇ ਕਿਉਂਕਿ ਸਾਡੇ ਦੇਸ਼ ਵਿੱਚ ਅਜੇ ਵੀ ਲੋਕ ਜਾਤਾਂ, ਨਸਲਾਂ, ਧਰਮਾਂ, ਖੇਤਰਾਂ ਪਿੱਛੇ ਲੜਦੇ ਹਨ। ਨੈਕਸਟ ਕੁਐਸਚਨ ਹੈਗਾ, ਸਮਾਜਿਕ, ਆਰਥਿਕ ਅਤੇ ਰਾਜਨੀਤਿਕ ਨਿਆਂ ਤੋਂ ਕੀ ਭਾਵ ਹੈ? ਸਮਾਜਿਕ ਨਿਆਂ ਦਾ ਮਤਲਬ ਕੀ ਹੁੰਦਾ ਕਿ ਜਾਤ-ਪਾਤ, ਧਰਮ, ਰੰਗ, ਨਸਲ ਦੇ ਆਧਾਰ ਤੇ ਕੋਈ ਵਿਤਕਰਾ ਨਾ ਕਰਨਾ। ਆਰਥਿਕ ਨਿਆਂ ਦਾ ਮਤਲਬ ਹਰੇਕ ਵਿਅਕਤੀ ਨੂੰ ਰੋਜੀ ਰੋਟੀ ਕਮਾਉਣ ਦੇ ਬਰਾਬਰ ਮੌਕੇ ਪ੍ਰਦਾਨ ਕਰਨਾ। ਤੇ ਰਾਜਨੀਤਿਕ ਨਿਆਂ ਦਾ ਮਤਲਬ ਕਿ ਬਿਨਾਂ ਕਿਸੇ ਭੇਦਭਾਵ ਦੇ ਵੋਟ ਪਾਉਣ ਦਾ ਅਧਿਕਾਰ, ਚੋਣ ਲੜਨ ਦਾ ਅਧਿਕਾਰ, ਸਰਕਾਰੀ ਅਹੁਦੇ ਪ੍ਰਾਪਤ ਕਰਨ ਦਾ ਅਧਿਕਾਰ ਦੇਣਾ। ਇਹ ਸਾਰੇ ਇੰਪੋਰਟੈਂਟ ਕੁਐਸਚਨ ਹੈਗਾ ਕਿ ਸਮਾਜਿਕ ਨਿਆਂ ਕਿਹੜਾ ਹੁੰਦਾ, ਆਰਥਿਕ ਕਿਹੜਾ ਹੁੰਦਾ ਤੇ ਰਾਜਨੀਤਿਕ ਕਿਹੜਾ ਹੁੰਦਾ। ਜੀ, ਨੈਕਸਟ ਚੈਪਟਰ ਜਿਹੜਾ ਆਪਣੇ ਇਸ ਸਿਲੇਬਸ ਦੇ ਵਿੱਚ ਹੈਗਾ ਉਹ ਹੈਗਾ ਲੈਸਨ ਨੰਬਰ 23, ਮੁੱਢਲੇ ਅਧਿਕਾਰ ਅਤੇ ਮਨੁੱਖੀ ਅਧਿਕਾਰਾਂ ਵਜੋਂ ਮੁੱਢਲੇ ਕਰਤੱਵ। ਹਾਂਜੀ, ਫਸਟ ਹੈਗਾ ਅਧਿਕਾਰਾਂ ਤੋਂ ਕੀ ਭਾਵ ਹੈ? ਮਨੁੱਖੀ ਵਿਕਾਸ ਲਈ ਸਮਾਜ ਤੋਂ ਮਿਲਣ ਵਾਲੀਆਂ ਸਹੂਲਤਾਂ ਨੂੰ ਅਧਿਕਾਰ ਕਿਹਾ ਜਾਂਦਾ ਹੈ। ਸੈਕਿੰਡ ਕੁਐਸਚਨ, ਮੁੱਢਲੇ ਅਧਿਕਾਰ ਦੇ ਸ਼ਬਦੀ ਅਰਥ ਲਿਖੋ। ਉਹ ਅਧਿਕਾਰ ਜੋ ਮਨੁੱਖ ਦੇ ਸਰੀਰਕ, ਮਾਨਸਿਕ, ਨੈਤਿਕ ਅਤੇ ਸੱਭਿਆਚਾਰਕ ਵਿਕਾਸ ਲਈ ਜ਼ਰੂਰੀ ਹਨ ਉਹਨਾਂ ਨੂੰ ਆਪਾਂ ਮੁੱਢਲੇ ਅਧਿਕਾਰ ਕਹਿ ਦਿੰਦੇ ਹਾਂ। ਇਹ 2 ਅਧਿਕਾਰਾਂ ਨਾਲ ਸੰਬੰਧਿਤ 2 ਫਰਜ਼ ਲਿਖੋ। ਸਮਾਨਤਾ ਦੇ ਅਧਿਕਾਰ ਨਾਲ ਕਿਸੇ ਵੀ ਰੰਗ, ਨਸਲ, ਜਾਤ, ਲਿੰਗ ਦੇ ਆਧਾਰ ਤੇ ਵਿਤਕਰਾ ਨਾ ਕਰਨਾ। ਸੁਤੰਤਰਤਾ ਦੇ ਅਧਿਕਾਰ ਨਾਲ ਦੂਸਰਿਆਂ ਨੂੰ ਆਪਣੇ ਵਿਚਾਰ ਪ੍ਰਗਟ ਕਰਨ ਦਾ ਮੌਕਾ ਦੇਣਾ। ਕੁਐਸਚਨ ਨੰਬਰ 4, ਸੰਵਿਧਾਨਿਕ ਉਪਚਾਰਾਂ ਦੇ ਅਧਿਕਾਰ ਤੋਂ ਕੀ ਭਾਵ ਹੈ? ਇਹ ਅਧਿਕਾਰ ਸਾਨੂੰ ਸਾਡੇ ਅਧਿਕਾਰਾਂ ਦੀ ਰੱਖਿਆ ਕਰਨ ਦਾ ਗਿਆਨ ਕਰਵਾਉਂਦੇ ਹਨ। ਕੁਐਸਚਨ ਨੰਬਰ 5 ਹੈਗਾ, ਛੂਤ-ਛਾਤ ਦੀ ਸਮਾਪਤੀ ਕਿਹੜੇ ਅਨੁਛੇਦ ਰਾਹੀਂ ਹੋਈ? ਇਹ ਆਨਸਰ ਹੈਗਾ ਅਨੁਛੇਦ 17 ਰਾਹੀਂ। ਨੈਕਸਟ ਕੁਐਸਚਨ ਹੈਗਾ ਇੰਪੋਰਟੈਂਟ ਕੁਐਸਚਨ, ਸਿੱਖਿਆ ਦੇ ਅਧਿਕਾਰ ਤੇ ਸੰਖੇਪ ਨੋਟ ਲਿਖੋ। ਇਹ ਅਧਿਕਾਰ 6 ਤੋਂ 14 ਸਾਲ ਦੇ ਹਰੇਕ ਭਾਰਤੀ ਬੱਚੇ ਨੂੰ ਮੁਫਤ ਅਤੇ ਲਾਜ਼ਮੀ ਸਿੱਖਿਆ ਦੇਣ ਨਾਲ ਸੰਬੰਧਿਤ ਹੈ। ਸਾਲ 2009 ਵਿੱਚ ਮੁਫਤ ਅਤੇ ਲਾਜ਼ਮੀ ਸਿੱਖਿਆ ਦਾ ਐਕਟ ਪਾਸ ਕੀਤਾ ਗਿਆ ਸੀ ਤੇ 2010 ਤੋਂ ਇਹ ਐਕਟ ਲਾਗੂ ਕਰ ਦਿੱਤਾ ਗਿਆ। ਅੱਜ 6 ਤੋਂ 14 ਸਾਲ ਦਾ ਹਰੇਕ ਬੱਚਾ ਮੁਫਤ ਅਤੇ ਲਾਜ਼ਮੀ ਸਿੱਖਿਆ ਪ੍ਰਾਪਤ ਕਰ ਰਿਹਾ ਹੈ। ਸੰਵਿਧਾਨ 'ਚ ਕਿਹੜੇ-ਕਿਹੜੇ ਮੌਲਿਕ ਅਧਿਕਾਰ ਦਰਜ ਹਨ? ਸਮਾਨਤਾ ਦਾ ਅਧਿਕਾਰ, ਸੁਤੰਤਰਤਾ ਦਾ ਅਧਿਕਾਰ, ਸ਼ੋਸ਼ਣ ਵਿਰੁੱਧ ਅਧਿਕਾਰ, ਧਾਰਮਿਕ ਸੁਤੰਤਰਤਾ ਦਾ ਅਧਿਕਾਰ, ਸੱਭਿਆਚਾਰਕ ਅਤੇ ਵਿਦਿਅਕ ਅਧਿਕਾਰ, ਸੰਵਿਧਾਨਿਕ ਉਪਚਾਰਾਂ ਦਾ ਅਧਿਕਾਰ ਤੇ ਸਿੱਖਿਆ ਦਾ ਅਧਿਕਾਰ। ਸ਼ੋਸ਼ਣ ਵਿਰੁੱਧ ਅਧਿਕਾਰ ਦੀ ਵਿਆਖਿਆ ਕਰੋ। ਇਸ ਅਧਿਕਾਰ ਦੇ ਵਿੱਚ ਮਨੁੱਖ ਦਾ ਵਪਾਰ ਕਰਨ, ਵੇਤਨ ਤੋਂ ਬਿਨਾਂ ਕੰਮ ਕਰਾਉਣ ਆਦਿ ਦੀ ਮਨਾਹੀ ਕੀਤੀ ਗਈ ਹੈ। ਤਨਖਾਹ ਪੱਖੋਂ, ਕੰਮ ਦੇ ਘੰਟਿਆਂ ਪੱਖੋਂ, ਧਰਮ, ਜਾਤ, ਨਸਲ ਦੇ ਪੱਖੋਂ ਕਿਸੇ ਨਾਲ ਵਿਤਕਰਾ ਨਹੀਂ ਕੀਤਾ ਜਾ ਸਕਦਾ। 14 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਕੰਮ ਤੇ ਨਹੀਂ ਲਗਾਇਆ ਜਾ ਸਕਦਾ। ਅਸੀਂ ਆਪਣੇ ਮੌਲਿਕ ਅਧਿਕਾਰਾਂ ਦੀ ਰੱਖਿਆ ਕਿਵੇਂ ਕਰ ਸਕਦੇ ਹਾਂ? ਸਾਡੇ ਦੇਸ਼ ਵਿੱਚ ਹਰੇਕ ਨਾਗਰਿਕ ਨੂੰ ਸਮਾਨ ਮੌਲਿਕ ਅਧਿਕਾਰ ਮਿਲੇ ਹੋਏ ਹਨ। ਅਸੀਂ ਮੌਲਿਕ ਅਧਿਕਾਰਾਂ ਦੀ ਰੱਖਿਆ ਤਾਂ ਹੀ ਕਰ ਸਕਦੇ ਹਾਂ ਜੇਕਰ ਅਸੀਂ ਧਰਮ, ਜਾਤ, ਲਿੰਗ, ਨਸਲ ਆਦਿ ਦੇ ਆਧਾਰ ਤੇ ਕਿਸੇ ਨਾਲ ਵੀ ਵਿਤਕਰਾ ਨਾ ਕਰੀਏ। ਛੂਤ-ਛਾਤ ਅਤੇ ਜਾਤ-ਪਾਤ ਦੇ ਭੇਦਭਾਵ ਨੂੰ ਖਤਮ ਕਰਕੇ ਹਰ ਕਿਸੇ ਨੂੰ ਬਰਾਬਰ ਅਧਿਕਾਰ ਦਿੱਤੇ ਜਾਣੇ ਚਾਹੀਦੇ ਹਨ। ਹਾਂਜੀ, ਆਪਣਾ ਨੈਕਸਟ ਚੈਪਟਰ ਹੈਗਾ ਲੈਸਨ ਨੰਬਰ 24, ਸੰਸਦ, ਬਣਤਰ, ਭੂਮਿਕਾ ਅਤੇ ਵਿਸ਼ੇਸ਼ਤਾਵਾਂ। ਫਸਟ ਕੁਐਸਚਨ ਹੈਗਾ, ਸੰਸਦ ਦੇ ਸ਼ਬਦੀ ਅਰਥ ਲਿਖੋ। ਸੰਸਦ ਦਾ ਸ਼ਬਦੀ ਅਰਥ ਹੈ ਗੱਲਬਾਤ ਕਰਨਾ। ਇਸ ਤਰ੍ਹਾਂ ਸੰਸਦ ਉਹ ਸੰਸਥਾ ਹੈ ਜਿੱਥੇ ਬੈਠ ਕੇ ਲੋਕ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਵਿਸ਼ਿਆਂ ਤੇ ਗੱਲਬਾਤ ਕਰਦੇ ਹਨ। ਨੰਬਰ 2 ਹੈਗਾ, ਸਰਕਾਰ ਸੰਸਦ ਪ੍ਰਤੀ ਕਿਵੇਂ ਜਵਾਬਦੇਹ ਹੈ? ਸਰਕਾਰ ਆਪਣੇ ਸਾਰੇ ਕੰਮਾਂ ਅਤੇ ਨੀਤੀਆਂ ਲਈ ਸੰਸਦ ਦੇ ਪ੍ਰਤੀ ਜਵਾਬਦੇਹ ਹੁੰਦੀ ਹੈ। ਸੰਸਦ ਦੇ ਵਿੱਚ ਕਾਨੂੰਨ ਕਿਵੇਂ ਬਣਦਾ ਹੈ? ਧਾਰਨ ਬਿੱਲ ਨੂੰ ਦੋਨਾਂ ਸਦਨਾਂ ਵਿੱਚ ਪਾਸ ਹੋਣ ਤੋਂ ਬਾਅਦ ਬਿੱਲ ਨੂੰ ਰਾਸ਼ਟਰਪਤੀ ਦੀ ਮਨਜ਼ੂਰੀ ਲਈ ਭੇਜ ਦਿੱਤਾ ਜਾਂਦਾ ਹੈ। ਇਸ ਤੋਂ ਬਾਅਦ ਬਿੱਲ ਕਾਨੂੰਨ ਬਣ ਜਾਂਦਾ ਹੈ। ਲੋਕ ਸਭਾ ਦੀਆਂ ਚੋਣਾਂ ਤੋਂ ਬਾਅਦ ਸਰਕਾਰ ਕਿਵੇਂ ਬਣਦੀ ਹੈ?
ਲੋਕ ਸਭਾ ਦੀਆਂ ਚੋਣਾਂ ਤੋਂ ਬਾਅਦ ਰਾਸ਼ਟਰਪਤੀ ਦੇ ਸੱਦੇ ਤੇ ਬਹੁਮਤ ਪ੍ਰਾਪਤ ਰਾਜਨੀਤਿਕ ਪਾਰਟੀ ਸਰਕਾਰ ਬਣਾਉਂਦੀ ਹੈ। ਕੁਐਸਚਨ ਨੰਬਰ 5 ਹੈਗਾ, ਇਸ ਦੀ ਸਰਕਾਰ ਦੀਆਂ ਮੁੱਖ ਵਿਸ਼ੇਸ਼ਤਾਵਾਂ ਕਿਹੜੀਆਂ ਹਨ? ਨੰਬਰ 1 ਨਾਮਾਤਰ ਅਤੇ ਅਸਲ ਕਾਰਜਪਾਲਿਕਾ ਵਿੱਚ ਅੰਤਰ। ਨੰਬਰ 2 ਪ੍ਰਧਾਨ ਮੰਤਰੀ ਦੀ ਅਗਵਾਈ। ਨੰਬਰ 3 ਵਿਰੋਧੀ ਦਲ ਨੂੰ ਕਾਨੂੰਨੀ ਮਾਨਤਾ। ਨੰਬਰ 1 ਤੇ ਹੈਗਾ, ਸੰਸਦੀ ਸ਼ਾਸਨ ਪ੍ਰਣਾਲੀ ਵਿੱਚ ਰਾਸ਼ਟਰਪਤੀ ਤੇ ਪ੍ਰਧਾਨ ਮੰਤਰੀ ਦੀ ਭੂਮਿਕਾ ਲਿਖੋ। ਰਾਸ਼ਟਰਪਤੀ ਦੀ ਭੂਮਿਕਾ ਕੀ ਹੁੰਦੀ ਹੈ, ਮਤਲਬ ਰਾਸ਼ਟਰਪਤੀ ਕੋਲ ਕਿਹੜੀਆਂ ਸ਼ਕਤੀਆਂ ਹੁੰਦੀਆਂ, ਉਹ ਕੀ ਕੰਮ ਕਰਦਾ? ਰਾਸ਼ਟਰਪਤੀ ਦੇ ਕੋਲ ਵਿਧਾਨਕੀ, ਕਾਰਜਪਾਲਿਕਾ ਅਤੇ ਨਿਆਇਕ ਸ਼ਕਤੀਆਂ ਹੁੰਦੀਆਂ ਹਨ, ਪਰ ਅਸਲ ਦੇ ਵਿੱਚ ਉਹ ਉਹਨਾਂ ਸ਼ਕਤੀਆਂ ਦੀ ਵਰਤੋਂ ਆਪ ਨਹੀਂ ਕਰ ਸਕਦਾ, ਸਗੋਂ ਇਹਨਾਂ ਸਾਰੀਆਂ ਸ਼ਕਤੀਆਂ ਦੀ ਵਰਤੋਂ ਪ੍ਰਧਾਨ ਮੰਤਰੀ ਤੇ ਮੰਤਰੀ ਮੰਡਲ ਦੀ ਸਲਾਹ ਨਾਲ ਹੀ ਕਰ ਸਕਦਾ ਹੈ। ਅੱਗੇ ਆ ਗਿਆ ਪ੍ਰਧਾਨ ਮੰਤਰੀ ਦੀ ਭੂਮਿਕਾ। ਪ੍ਰਧਾਨ ਮੰਤਰੀ ਮੰਤਰੀ ਮੰਡਲ ਅਤੇ ਮੰਤਰੀ ਪ੍ਰੀਸ਼ਦ ਤੇ ਲੋਕ ਸਭਾ ਦਾ ਮੁਖੀ ਹੁੰਦਾ ਹੈ। ਅਸਲੀ ਸ਼ਕਤੀਆਂ ਸਾਰੀਆਂ ਕਿਹਦੇ ਕੋਲ ਹੁੰਦੀਆਂ? ਪ੍ਰਧਾਨ ਮੰਤਰੀ ਦੇ ਕੋਲ ਹੁੰਦੀਆਂ। ਸਾਰੇ ਕਾਨੂੰਨ ਪ੍ਰਧਾਨ ਮੰਤਰੀ ਦੀ ਸਲਾਹ ਨਾਲ ਬਣਦੇ ਹਨ ਤੇ ਕੋਈ ਵੀ ਮੰਤਰੀ ਪ੍ਰਧਾਨ ਮੰਤਰੀ ਦੀ ਸਲਾਹ ਦੇ ਵਿਰੁੱਧ ਆਪਣੀ ਪਦਵੀ ਤੇ ਨਹੀਂ ਰਹਿ ਸਕਦਾ। ਹਾਂਜੀ, ਕੁਐਸਚਨ ਨੰਬਰ 2, ਸੰਸਦ ਦੀ ਸਥਿਤੀ ਦੀ ਗਿਰਾਵਟ ਲਈ ਕਿਹੜੇ ਕਾਰਨ ਜ਼ਿੰਮੇਵਾਰ ਹਨ? ਨੰਬਰ 1 ਹੈਗਾ, ਕਿਸੇ ਇੱਕ ਰਾਜਨੀਤਿਕ ਦਲ ਦੀ ਸਪਸ਼ਟ ਬਹੁਮਤ ਵਾਲੀ ਸਰਕਾਰ ਨਾ ਹੋਣਾ। ਨੰਬਰ 2 ਮੈਂਬਰਾਂ ਵੱਲੋਂ ਸਦਨ ਵਿੱਚ ਗੈਰ ਹਾਜ਼ਰ ਹੋਣਾ। ਨੰਬਰ 3 ਸਦਨ ਦੀਆਂ ਬੈਠਕਾਂ ਦੇ ਵਿੱਚ ਕਮੀ। ਸੰਸਦ ਦੀ ਕਾਰਵਾਈ ਵਿੱਚ ਮੈਂਬਰਾਂ ਦੁਆਰਾ ਵਾਰ-ਵਾਰ ਰੁਕਾਵਟ ਪਾਉਣਾ। ਹਾਂਜੀ, ਨੈਕਸਟ ਹੈਗਾ, ਸੰਸਦ ਦੀ ਸਥਿਤੀ ਨੂੰ ਮਜ਼ਬੂਤ ਕਰਨ ਲਈ ਲੋੜੀਂਦੇ ਸੁਝਾਅ ਦਿਓ। ਪ੍ਰਧਾਨ ਮੰਤਰੀ ਦੀ ਸਥਿਤੀ ਨੂੰ ਮਜ਼ਬੂਤ ਬਣਾਉਣਾ ਪਵੇਗਾ, ਚੰਗੇ ਕਾਨੂੰਨ ਬਣਾਏ ਜਾਣੇ ਚਾਹੀਦੇ ਹਨ ਤੇ ਖੇਤਰੀ ਦਲਾਂ ਦੀ ਵੱਧਦੀ ਹੋਈ ਸੰਖਿਆ ਉੱਤੇ ਰੋਕ ਲਗਾਉਣੀ ਚਾਹੀਦੀ ਹੈ। ਨੈਕਸਟ ਆ ਗਿਆ ਭਾਰਤੀ ਸੰਸਦ ਦੀ ਬਣਤਰ। ਹਾਂਜੀ, ਹੁਣ ਸੰਸਦ ਦੇ ਕਿੰਨੇ ਸਦਨ ਆ? 2 ਸਦਨ ਹਨ, ਲੋਕ ਸਭਾ ਤੇ ਰਾਜ ਸਭਾ, ਹੈ ਨਾ। ਲੋਕ ਸਭਾ ਲੋਕਾਂ ਦਾ ਸਦਨ ਹੈ, ਇਸ ਨੂੰ ਹੇਠਲਾ ਸਦਨ ਕਿਹਾ ਜਾਂਦਾ ਹੈ ਤੇ ਇਸ ਦੇ ਕੁੱਲ ਮੈਂਬਰਾਂ ਦੀ ਗਿਣਤੀ 545 ਹੁੰਦੀ ਹੈ ਤੇ ਇਹ ਮੈਂਬਰ ਸਿੱਧੇ ਲੋਕਾਂ ਦੁਆਰਾ ਚੁਣੇ ਜਾਂਦੇ ਹਨ। ਨੈਕਸਟ ਆ ਗਿਆ ਰਾਜ ਸਭਾ। ਰਾਜ ਸਭਾ ਇੱਕ ਸਥਾਈ ਸਦਨ ਹੈ, ਇਸ ਦੇ ਕੁੱਲ 250 ਮੈਂਬਰ ਆ। 238 ਮੈਂਬਰ ਰਾਜਾਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੁਆਰਾ ਚੁਣੇ ਜਾਂਦੇ ਹਨ ਤੇ ਬਾਕੀ 12 ਮੈਂਬਰ ਰਾਸ਼ਟਰਪਤੀ ਦੇ ਦੁਆਰਾ ਨਿਯੁਕਤ ਕੀਤੇ ਜਾਂਦੇ ਹਨ। ਹਾਂਜੀ ਬੇਟਾ, ਸੋ ਇਹ ਸੀ ਆਪਣੇ ਲੈਸਨ ਨੰਬਰ 5, 21, 22, 23 ਤੇ 24 ਦੇ ਕੁਐਸਚਨ ਆਨਸਰ। ਇਹਨਾਂ ਨੂੰ ਤੁਸੀਂ ਰਿਵਾਈਜ਼ ਕਰ ਲਓ ਤੇ ਇਹਦੇ ਵਿੱਚੋਂ ਹੀ ਤੁਹਾਡਾ ਜਿਹੜਾ ਹੁਣ ਰਿਵੀਜ਼ਨ ਟੈਸਟ ਹੋਏਗਾ 14 ਜਨਵਰੀ ਨੂੰ, ਉਹਦੇ ਵਿੱਚੋਂ ਹੀ ਕੁਐਸਚਨ ਆਉਣਗੇ ਤੇ MCQs ਦੀਆਂ ਵੀਡੀਓਜ਼ ਆਲਰੇਡੀ ਅਲੱਗ ਤੋਂ ਬਣੀਆਂ ਹੋਈਆਂ ਤੇ ਤੁਸੀਂ ਉਹ ਵੀ ਇੱਕ ਵਾਰੀ ਦੇਖ ਸਕਦੇ ਆ ਤੇ ਇਹ ਸਾਰੇ ਕੁਐਸਚਨਸ ਵੀ ਇੱਕ ਵਾਰੀ ਰੀਡ ਕਰ ਲਓ, ਠੀਕ ਹੈ, ਇਹਨਾਂ ਨੂੰ ਵੀ ਲਰਨ ਕਰ ਲਓ। Okay students, all the very best for your exams. Thank you so much for watching.